हाँ जी, प्यार भरी सत श्री अकाल जी साਰਿਆਂ ਨੂੰ। ਏਟੀਟੀ ਦੇ ਐਗਜ਼ਾਮ ਜੋ ਸੈਕੰਡ ਈਅਰ ਦੇ ਚੱਲ ਰਹੇ ਹਨ, ਉਸ ਦਾ ਫੋਰਥ ਐਗਜ਼ਾਮ ਜੋ ਹੈ ਪੈਡਾਗੋਗੀ ਆਫ ਇੰਗਲਿਸ਼ ਸੈਕੰਡ ਈਅਰ ਦਾ, ਤਾਂ ਉਸ ਸੰਬੰਧੀ ਆਪਾਂ ਇੰਪੋਰਟੈਂਟ ਕੁਐਸਚਨ ਸੰਬੰਧੀ ਇਹ ਵੀਡੀਓ ਲੈ ਕੇ ਆਏ ਹਾਂ ਜੀ। ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਕਾफ़ी ਨਾਈਟ ਨੂੰ ਵੀਡੀਓ ਬਣਾ ਰਿਹਾ ਹਾਂ ਜੀ ਇਹ ਮੈਂ, ਕਿਉਂਕਿ ਟਾਈਮ ਨਹੀਂ ਮਿਲਿਆ ਇਸ ਲਈ। ਤਾਂ ਹੁਣ ਆਪਾਂ ਗੱਲ ਕਰਦੇ ਹਾਂ ਯੂਨਿਟ 1 ਵਿੱਚ। ਯੂਨਿਟ ਦੇ ਪਹਿਲਾਂ ਆਪਾਂ ਗੱਲ ਕਰ ਲੈਂਦੇ ਪੇਪਰ ਦੇ ਪੈਟਰਨ ਬਾਰੇ। ਤਾਂ ਇੱਕ ਮਾਰਕਸ ਦੇ 4 ਕੁਐਸਚਨ ਆਉਣੇ ਹਨ, ਫਿਰ ਆਉਣੇ ਹਨ 4 ਮਾਰਕਸ ਦੇ 4 ਕੁਐਸਚਨ ਆਉਣਗੇ 6, ਪਰ ਕਰਨੇ ਹਨ 4। 2 ਆਪਸ਼ਨ ਮਤਲਬ 6 ਵਿੱਚ ਜੋ ਤੁਹਾਨੂੰ 4 ਹੁੰਦੇ ਹਨ ਉਹ ਤੁਸੀਂ ਕਰਨੇ ਹਨ। 16 ਮਾਰਕਸ ਇਹ, 16 ਔਰ 4 20 ਇਹ ਹੋ ਗਏ। ਫਿਰ ਤੁਹਾਡੇ 8 ਮਾਰਕਸ ਦੇ ਆਉਣੇ ਹਨ 4 ਕੁਐਸਚਨ। 8 ਗੁਣਾ 4 32 ਮਾਰਕਸ, 32 ਔਰ 20 52। 52 ਪਲੱਸ 4 ਮਾਰਕਸ ਦਾ ਤੁਹਾਡਾ ਆਉਣਾ ਹੈ ਪੈਰਾਗ੍ਰਾਫ, ਜਾਂ ਫਿਰ ਉਹਦੇ ਵਿੱਚ ਇੱਕ ਆਪਸ਼ਨ ਹੋਵੇਗੀ ਪੈਰਾਗ੍ਰਾਫ ਲਿਖੋ ਜਾਂ ਰਿਪੋਰਟ ਜਾਂ ਈਮੇਲ ਔਰ ਐਡਵਰਟਾਈਜ਼ਮੈਂਟ ਵਿੱਚੋਂ ਕੋਈ ਇੱਕ ਚੀਜ਼ ਆ ਸਕਦੀ। ਪੈਰਾਗ੍ਰਾਫ ਤਾਂ ਆਉਣਾ ਹੀ ਆਉਣਾ ਹੈ। ਤਾਂ ਹੁਣ ਆਪਾਂ ਗੱਲ ਕਰਦੇ ਹਾਂ। ਹਾਂਜੀ, ਪੈਰਾਗ੍ਰਾਫ 4 ਮਾਰਕਸ ਦਾ ਹੈ, ਔਰ 52 ਹੋ ਗਏ ਸੀ ਹੁਣ ਤੱਕ, ਔਰ 56 ਹੋ ਗਏ, ਔਰ ਬਾਕੀ 14 ਮਾਰਕਸ ਦਾ ਜੋ ਹੈ ਜੀ ਉਹ ਆਵੇਗੀ ਗ੍ਰਾਮਰ। ਟੋਟਲ 17 ਮਾਰਕਸ ਤੁਹਾਡੇ ਇਸ ਤਰ੍ਹਾਂ ਹੋ ਜਾਣਗੇ। ਤੇ ਹਾਂਜੀ, ਹੁਣ ਆਪਾਂ ਯੂਨਿਟ 1 ਦੀ ਗੱਲ ਕਰਦੇ ਹਾਂ। ਯੂਨਿਟ 1 ਵਿੱਚ ਜੋ ਲੈਸਨ ਹਨ ਉਹ 2 ਹੀ ਲੈਸਨ ਹਨ ਯੂਨਿਟ 1 ਵਿੱਚ। ਅਤੇ ਇਹਦੇ ਵਿੱਚ ਤੁਸੀਂ ਕੀ ਕਰਨਾ ਹੈ 8 ਮਾਰਕਸ ਲਈ ਔਰ 3 ਮਾਰਕਸ ਲਈ ਕੀ ਹੈ। ਤਾਂ ਜੋ 10 ਮਾਰਕਸ ਲਿਖਿਆ 8 ਮਾਰਕਸ ਹੈ ਜੀ। 2018-20 ਵਿੱਚ 8 ਮਾਰਕਸ ਦਾ ਕੁਐਸਚਨ ਆਇਆ ਸੀ, ਇਸ਼ੂ ਆਫ ਲਰਨਿੰਗ ਇੰਗਲਿਸ਼ ਇਨ ਮਲਟੀ ਲੈਂਗੁਏਜ ਸੁਸਾਇਟੀ। ਤਾਂ ਹਾਂਜੀ, ਜੋ ਕੁਐਸਚਨ ਆਇਆ ਸੀ ਉਹ ਆਇਆ ਸੀ ਇਸ਼ੂ ਆਫ ਲਰਨਿੰਗ ਇੰਗਲਿਸ਼ ਇਨ ਮਲਟੀ ਲੈਂਗੁਏਜ ਸੁਸਾਇਟੀ। ਤਾਂ ਇਸ ਵਾਰ ਜੋ ਕੁਐਸਚਨ ਆ ਸਕਦਾ ਉਹ ਜੀ ਇੰਗਲਿਸ਼ ਐਜ਼ ਦਾ ਲੈਂਗੁਏਜ ਆਫ ਪ੍ਰੈਸਟਾਈਜ ਐਂਡ ਪਾਵਰ, 10 ਮਾਰਕਸ ਲਈ ਇਹ। ਅਤੇ ਦਾ ਮਲਟੀ ਲੈਂਗੁਏਜ ਨੇਚਰ ਆਫ ਇੰਡੀਆ, 10 ਮਾਰਕਸ ਲਈ ਇਹ। ਮਲਟੀ ਲੈਂਗੁਏਜ ਕਲਚਰ ਜਾਂ ਸੁਸਾਇਟੀ ਕੀ ਹੁੰਦੀ ਹੈ? ਮਲਟੀ ਦਾ ਮਤਲਬ ਹੁੰਦਾ ਜ਼ਿਆਦਾ, ਜ਼ਿਆਦਾ ਮਤਲਬ ਦੋ ਤੋਂ ਜ਼ਿਆਦਾ ਹੋਵੇ ਉਹ ਮਲਟੀ ਹੁੰਦਾ ਜੀ। 2 ਹੋਵੇ ਫਿਰ ਬਾਈਲੈਂਗੁਅਲ ਕਹਿੰਦੇ ਹਨ, 2 ਲੈਂਗੁਏਜ, ਜਿਵੇਂ ਪੰਜਾਬੀ ਇੰਗਲਿਸ਼ ਹੈ ਬਾਈਲੈਂਗੁਅਲ। ਅਗਰ ਪੰਜਾਬੀ ਹੈ, ਇੰਗਲਿਸ਼ ਹੈ, ਹਿੰਦੀ ਹੈ, 3 ਹੋ ਗਈਆਂ। 2 ਤੋਂ ਜ਼ਿਆਦਾ ਹੁੰਦਾ ਉਹਨੂੰ ਮਲਟੀ ਲੈਂਗੁਅਲ ਕਹਿੰਦੇ ਹਨ, ਮਲਟੀ ਲੈਂਗੁਅਲ ਸੁਸਾਇਟੀ ਕਹਿੰਦੇ ਹਨ, ਜਿੱਥੇ 2 ਤੋਂ ਜ਼ਿਆਦਾ ਭਾਸ਼ਾਵਾਂ ਬੋਲੀਆਂ ਜਾਣ। ਤਾਂ ਬਸ ਇਹੀ ਇਸ ਵਾਰ ਜੋ ਕੁਐਸਚਨ ਆ ਰਿਹਾ ਇੰਗਲਿਸ਼ ਐਜ਼ ਦਾ ਲੈਂਗੁਏਜ ਆਫ ਪ੍ਰੈਸਟਾਈਜ ਐਂਡ ਪਾਵਰ, ਮਤਲਬ ਇੰਗਲਿਸ਼ ਲੈਂਗੁਏਜ ਜੋ ਹੈ ਉਹ ਜ਼ਿਆਦਾ ਕਿਉਂ ਯੂਜ਼ ਕੀਤੀ ਜਾ ਰਹੀ ਹੈ, ਇਸ ਦੀ ਪਾਵਰ ਜ਼ਿਆਦਾ ਕਿਉਂ ਵੱਧ ਰਹੀ ਹੈ। ਤਾਂ ਨੋਰਮਲ ਜੇ ਪੁਆਇੰਟ ਹੀ ਹੈ ਇਹਦੇ ਵਿੱਚ, ਕੋਈ ਉਸ ਵਿੱਚ ਜ਼ਿਆਦਾ ਹੈ ਜੀ ਯੂਜ਼ ਇਸ ਦਾ, ਹਰ ਕਿਤੇ ਜ਼ਿਆਦਾ ਯੂਜ਼ ਹੁੰਦਾ ਹੈ, ਉਹੀ ਗੱਲ ਹੈ। ਇੰਟਰਨੈਟ 'ਤੇ ਦੇਖੋਗੇ ਤੁਸੀਂ ਇੰਗਲਿਸ਼ ਵਿੱਚ ਜ਼ਿਆਦਾ ਉਪਲਬਧ ਹਨ, ਕੋਈ ਵੀ ਵੈਬਸਾਈਟ ਤੁਸੀਂ ਦੇਖ ਸਕਦੇ ਹੋ। ਇਸ ਤਰ੍ਹਾਂ ਕਾਫੀ ਪੁਆਇੰਟ ਹਨ ਜੋ ਤੁਸੀਂ ਰੀਡ ਕਰੋਗੇ ਤਾਂ ਤੁਹਾਨੂੰ ਈਜ਼ਲੀ ਰਿਮੈਂਬਰ ਹੋ ਜਾਵੇਗਾ। ਤਾਂ ਇਸ ਤੋਂ ਬਾਅਦ ਸੈਕਿੰਡ ਲੈਸਨ ਵਿੱਚ ਜੋ ਕੁਐਸਚਨ 3 ਮਾਰਕਸ ਦਾ ਆਇਆ ਸੀ, ਟੀਚਿੰਗ ਇੰਗਲਿਸ਼ ਐਜ਼ ਏ ਸੈਕਿੰਡ ਲੈਂਗੁਏਜ। 3 ਮਾਰਕਸ ਲਈ ਇਸ ਵਾਰ ਜੋ ਕੁਐਸਚਨ ਆਉਣਗੇ ਉਹ ਹੈ ਟੀਚਿੰਗ ਇੰਗਲਿਸ਼ ਐਜ਼ ਏ ਫਸਟ ਲੈਂਗੁਏਜ, ਟੀਚਿੰਗ ਇੰਗਲਿਸ਼ ਐਜ਼ ਏ ਫੋਰੀਅਨ ਲੈਂਗੁਏਜ। ਉਸ ਤੋਂ ਬਾਅਦ ਹੀ 10 ਮਾਰਕਸ ਵਿੱਚ ਪਿਛਲੀ ਵਾਰ ਜੋ ਆਇਆ ਸੀ 8 ਮਾਰਕਸ ਵਿੱਚ ਜੋ ਆਇਆ ਸੀ ਉਹ ਆਇਆ ਸੀ ਸੋਸ਼ੋ ਇਕਨੋਮਿਕ ਫੈਕਟਰ ਜੋ ਲੈਂਗੁਏਜ ਨੂੰ ਸਾਈਕੋਲੋਜੀਕਲ ਐਂਡ ਸੋਸ਼ਲ ਇਕਨੋਮਿਕ ਫੈਕਟਰ ਹੈ ਲੈਂਗੁਏਜ ਡਿਵੈਲਪਮੈਂਟ ਨੂੰ ਕਿਵੇਂ ਇਫੈਕਟ ਕਰਦੇ ਹਨ, ਉਹਦੇ ਬਾਰੇ ਸੀ। ਤਾਂ ਇਸ ਵਾਰ ਜੋ ਆ ਸਕਦਾ ਇੰਟਰਨਲ ਫੈਕਟਰ ਅਫੈਕਟਿੰਗ ਸੈਕੰਡ ਲੈਂਗੁਏਜ ਐਕੁਟੇਸ਼ਨ, ਇੰਟਰਨਲ ਔਰ ਐਕਸਟਰਨਲ ਫੈਕਟਰ ਇਹ ਹੈ ਜੀ। ਮਤਲਬ ਤੁਸੀਂ 8 ਮਾਰਕਸ ਲਈ 8 ਮਾਰਕਸ ਲਈ ਇੰਟਰਨਲ ਔਰ ਐਕਸਟਰਨਲ, ਔਰ ਇਸ ਤੋਂ ਇਲਾਵਾ ਤੁਸੀਂ ਲੈਂਗੁਏਜ ਇੰਗਲਿਸ਼ ਐਜ਼ ਏ ਲੈਂਗੁਏਜ ਹੋ ਪ੍ਰੈਸਟਾਈਜ ਐਂਡ ਪਾਵਰ, ਇਹ ਤੁਸੀਂ ਕਰ ਲਵੋਗੇ ਤਾਂ ਬਹੁਤ 8 ਮਾਰਕਸ ਲਈ। ਔਰ 3 ਮਾਰਕਸ ਲਈ ਟੀਚਿੰਗ ਇੰਗਲਿਸ਼ ਐਜ਼ ਏ ਫਸਟ ਲੈਂਗੁਏਜ, ਟੀਚਿੰਗ ਇੰਗਲਿਸ਼ ਐਜ਼ ਏ ਫੋਰੀਅਨ ਲੈਂਗੁਏਜ। ਇਸ ਤੋਂ ਇਲਾਵਾ ਬਾਕੀ ਵੀ ਥੋੜ੍ਹਾ ਜਿਹਾ ਰੀਡ ਕਰ ਲਿਓ, ਇਹ ਜ਼ਿਆਦਾ ਚੰਗੀ ਤਰ੍ਹਾਂ ਕਰਨਾ ਤੁਸੀਂ। ਯੂਨਿਟ 2 ਦੀ ਗੱਲ ਕਰੀਏ ਤਾਂ ਯੂਨਿਟ 2 ਵਿੱਚ ਜੋ ਲੈਸਨ ਹਨ 3 ਹੈ, 4 ਹੈ ਔਰ 5 ਹੈ। ਤੇ ਜੋ ਪਿਛਲੀ ਵਾਰ ਕੁਐਸਚਨ ਆਏ ਸਨ ਤਾਂ 8 ਮਾਰਕਸ ਦਾ ਜੋ ਪਿਛਲੀ ਵਾਰ ਕੁਐਸਚਨ ਸੀ, ਐਡਵਾਂਟੇਜ ਆਫ ਬੇਵਰੈਸਟਿਕ ਅਪਰੋਚ ਫॉर ਟੀਚਿੰਗ ਐਂਡ ਲਰਨਿੰਗ ਲੈਂਗੁਏਜ। ਤਾਂ ਬੇਵਰੈਸਟਿਕ ਜੋ ਅਪਰੋਚ ਹੈ ਉਸ ਦੀ ਟੀਚਿੰਗ ਐਂਡ ਲਰਨਿੰਗ ਲੈਂਗੁਏਜ ਲਈ ਐਡਵਾਂਟੇਜ ਕੀ ਹਨ, ਲਾਭ ਕੀ ਹਨ। ਇਸ ਤੋਂ ਪਹਿਲਾਂ ਵੀ ਇਹਦੇ ਵਿੱਚ ਥੋੜ੍ਹਾ ਲਿਖਿਆ ਸੀ ਬੇਵਰੈਸਟਿਕ ਅਪਰੋਚ ਹੈ ਕਿ ਵਾਟ ਇਜ਼ ਦਾ ਬੇਵਰੈਸਟਿਕ ਅਪਰੋਚ।
ਉਸ ਤੋਂ ਬਾਅਦ ਫਿਰ ਐਡਵਾਂਟੇਜ ਆਫ ਬਿਊਰੈਸਟਿਕ ਅਪਰੋਚ ਹੈ। ਅਤੇ ਇਸ ਬਾਰੇ ਤੁਸੀਂ ਕੀ ਮਤਲਬ ਤੁਹਾਨੂੰ ਪਹਿਲਾਂ ਵੀ ਦੱਸਿਆ ਜੀ ਪਿਛਲੇ ਜੋ ਐਗਜ਼ਾਮ ਵਿੱਚ ਤੁਹਾਨੂੰ ਇੰਪੋਰਟੈਂਟ ਕੁਐਸਚਨ ਦੱਸੇ ਸਨ। ਅਤੇ ਮਤਲਬ ਤੁਹਾਨੂੰ ਹਰੇਕ ਚੀਜ਼ ਦਾ ਥੋੜ੍ਹਾ ਥੋੜ੍ਹਾ ਪਤਾ ਹੋਣਾ ਚਾਹੀਦਾ। ਜਿਵੇਂ 1 ਮਾਰਕਸ 'ਚ ਆ ਗਿਆ ਬਿਊਰੈਸਟਿਕ ਅਪਰੋਚ ਕੀ ਹੈ, ਮਤਲਬ ਹਰੇਕ ਚੀਜ਼ ਦੀ ਥੋੜ੍ਹੀ ਥੋੜ੍ਹੀ ਜਾਣਕਾਰੀ ਤਾਂ ਹੋਣੀ ਚਾਹੀਦੀ ਹਰ ਲੈਸਨ ਦੀ। ਉਸ ਤੋਂ ਬਾਅਦ ਜ਼ਿਆਦਾ ਜੋ ਕਰਨੀ ਹੈ ਉਹ ਤੁਹਾਨੂੰ ਦੱਸ ਹੀ ਦਿੰਦੇ ਅੱਗੇ। ਅਤੇ ਬਿਊਰੈਸਟਿਕ ਅਪਰੋਚ ਜੋ ਹੈ ਜੀ, ਇਸ ਵਾਰ ਪਿਛਲੀ ਵਾਰ ਜੋ ਆਇਆ ਸੀ ਐਡਵਾਂਟੇਜ ਆਇਆ ਸੀ, ਇਸ ਵਾਰ ਕੀ ਆ ਸਕਦਾ ਹੈ ਡੈਫੀਨੇਸ਼ਨ ਇਸ ਤੋਂ ਇਲਾਵਾ ਜੋ ਇੱਕ ਕੁਐਸਚਨ ਆਇਆ ਸੀ ਪਿਛਲੀ ਵਾਰ 8 ਮਾਰਕਸ ਦਾ ਹੀ, ਨੇਚਰ ਆਫ ਲਰਨਰ ਐਂਡ ਰੋਲ ਆਫ ਲਰਨਰ ਇਨ ਕੰਸਟਰਕਟਿਵ ਅਪਰੋਚ। ਇਸ ਵਾਰ ਜੋ 8 ਮਾਰਕਸ ਦੇ ਕੁਐਸਚਨ ਬਣ ਰਹੇ ਹਨ ਉਹ ਪਹਿਲਾਂ ਸੁਣੋ ਜੀ ਤੁਸੀਂ ਇਸ ਵਿੱਚੋਂ। ਤਾਂ ਗ੍ਰਾਮਰ ਵਾਲੇ ਲੈਸਨ ਵਿੱਚੋਂ ਗ੍ਰਾਮਰ ਟ੍ਰਾਂਸਲੇਸ਼ਨ ਮੈਥਡ, ਆਡੀਓ ਲੈਂਗੁਏਜ ਮੈਥਡ, और ਬਿਊਰੈਸਟਿਕ ਅਪਰੋਚ ਸਟਰੈਕਚੀਕਲ ਅਪਰੋਚ। ਸਟਰੈਕਚੀਕਲ ਅਪਰੋਚ ਦਾ ਸਾਰਾ ਕੁਝ ਤੁਸੀਂ ਪੜ੍ਹਨਾ। 3 ਮਾਰਕਸ ਲਈ ਵੀ ਆ ਸਕਦਾ, 10 ਮਾਰਕਸ ਲਈ ਵੀ। ਓਬਜੈਕਟਿਵਸ, ਪ੍ਰਿੰਸੀਪਲ, ਐਡਵਾਂਟੇਜ, ਲਿਮਿਟੇਸ਼ਨ ਸੇਵਾਵਾਂ ਕੀ ਹਨ, ਐਡਵਾਂਟੇਜ ਲਾਭ ਕੀ ਹਨ, ਸਿਧਾਂਤ ਕੀ ਹਨ, ਉਦੇਸ਼ ਕੀ ਹਨ, ਇਹ ਸਾਰਾ ਤੁਸੀਂ ਇਹਦਾ ਪੜ੍ਹਨਾ ਹੈ। ਉਸ ਤੋਂ ਬਾਅਦ ਗ੍ਰਾਮਰ ਦਾ ਵੀ ਐਵੇਂ ਹੈ, ਗ੍ਰਾਮਰ ਟ੍ਰਾਂਸਲੇਸ਼ਨ ਮੈਥਡ। ਇੱਕ ਵਾਰ ਤੁਸੀਂ ਤੁਹਾਨੂੰ ਥੋੜ੍ਹਾ ਜਿਹਾ ਦੇਖ ਲਓਗੇ ਤੁਹਾਨੂੰ ਪਤਾ ਲੱਗ ਜਾਵੇਗਾ ਗ੍ਰਾਮਰ ਟ੍ਰਾਂਸਲੇਟ ਮੈਥਡ ਕੀ ਹੁੰਦਾ ਹੈ, ਔਰ ਸਟਰਕਚਰਲ ਕੀ ਹੈ, ਆਡੀਓ ਲੈਂਗੁਏਜ ਮੈਥਡ ਕੀ ਹੈ, ਇਸਦੇ ਓਬਜੈਕਟਿਵ, ਪ੍ਰਿੰਸੀਪਲ, ਕਰੈਕਟਰਸ, ਇਹ ਸਾਰਾ ਹੀ ਤੁਹਾਨੂੰ ਪੜ੍ਹਨਾ ਪਵੇਗਾ ਜੀ। ਔਰ CLT ਵਾਲਾ ਵੀ ਮੇਨ ਹੈ, ਮਤਲਬ ਇੰਪੋਰਟੈਂਟ ਹੈ। CLT ਅਪਰੋਚ ਫॉर ਲੈਂਗੁਏਜ ਟੀਚਿੰਗ। ਓਬਜੈਕਟਿਵਸ ਜ਼ਰੂਰ ਕਰਨਾ। ਓਬਜੈਕਟਿਵਸ ਪੱਕਾ 3 ਮਾਰਕਸ ਵਿੱਚ ਆਉਣਗੇ। ਹਰ ਕਿਸੇ ਦੇ ਓਬਜੈਕਟਿਵਸ ਤੁਸੀਂ ਜ਼ਰੂਰ ਪੜ੍ਹਨੇ ਹਨ ਜੀ। ਓਬਜੈਕਟਿਵਸ ਔਰ ਲਿਮਿਟੇਸ਼ਨ 3 ਮਾਰਕਸ ਵਿੱਚ ਇਹ ਕੁਐਸਚਨ ਤੁਹਾਨੂੰ ਪੱਕਾ ਹੀ ਮਿਲੇਗਾ, ਔਰ 10 ਮਾਰਕਸ ਵਿੱਚ ਵੀ ਇਹੀ ਕੁਐਸਚਨ ਮਿਲ ਜਾਣਗੇ। ਓਬਜੈਕਟਿਵਸ ਔਰ ਲਿਮਿਟੇਸ਼ਨ ਤੁਸੀਂ ਪੜ੍ਹ ਲਓਗੇ ਇੰਨਾ ਹੀ ਕਾਫੀ ਹੈ। ਇਹਦੇ ਵਿੱਚੋਂ ਕਮਿਊਨੀਕੇਟਿਵ ਅਪਰੋਚ, ਉਸ ਤੋਂ ਬਾਅਦ ਕੰਸਟਰਕਟਿਵ ਅਪਰੋਚ, ਆਡੀਓ ਲੈਂਗੁਏਜ ਮੈਥਡ, ਗ੍ਰਾਮਰ ट्रांसलेशन मैथड और स्ट्रक्चरल जो है ਤੁਹਾਡਾ ਸਟਰਕਚਰਲ ਅਪਰੋਚ ਹੈ। ਬਿਊਰੈਸਟਿਕ ਅਪਰੋਚ ਨੂੰ ਛੱਡਣਾ ਤਾਂ ਛੱਡ ਸਕਦੇ ਹੋ, ਬਟ ਥੋੜ੍ਹਾ ਜਿਹਾ ਰੀਡ ਕਰ ਲਿਓ ਵੀ ਹੁੰਦਾ ਕੀ ਹੈ, ਜ਼ਿਆਦਾ ਨਹੀਂ ਕਰਨਾ ਤਾਂ ਨਾ ਕਰਿਓ। ਉਸ ਤੋਂ ਬਾਅਦ ਆਪਾਂ ਜਾਂਦੇ ਹਾਂ 3rd ਯੂਨਿਟ ਵੱਲ। 3rd ਯੂਨਿਟ ਕਾਫੀ ਲੌਂਗ ਯੂਨਿਟ ਹੈ, ਇਸ ਦੀ ਆਪਾਂ ਬਾਅਦ ਵਿੱਚ ਗੱਲ ਕਰਦੇ ਹਾਂ। ਇਸ ਤੋਂ ਪਹਿਲਾਂ ਆਪਾਂ 4th ਯੂਨਿਟ ਬਾਰੇ ਗੱਲ ਕਰ ਲੈਂਦੇ ਹਾਂ। ਹਾਂਜੀ, 4th ਯੂਨਿਟ ਵਿੱਚ ਜੋ ਹੈ 3 ਹੀ ਲੈਸਨ ਹਨ, 3 ਦੇ ਵੀ 2 ਹੀ ਲੈਸਨ ਹਨ ਜੀ, 16 ਔਰ 17। ਅਸੈਸਮੈਂਟ, ਪਿਛਲੀ ਵਾਰ ਜੋ ਅਸੈਸਮੈਂਟ 'ਚ ਆਇਆ ਸੀ ਕੰਟੀਨਿਊਸ ਐਂਡ ਕੰਪਰੀਹੈਂਸਿਵ ਅਸੈਸਮੈਂਟ ਦੇ ਐਡਵਾਂਟੇਜ ਆਇਆ ਸੀ, ਮੈਰਿਟਸ ਆਇਆ ਸੀ। ਫੰਕਸ਼ਨ ਇੱਕ ਹੀ ਗੱਲ ਹੈ, ਇਹ ਐਡਵਾਂਟੇਜ ਦਾ ਪੁੱਛੇ, ਮੈਰਿਟ ਪੁੱਛੇ, ਫੰਕਸ਼ਨ ਪੁੱਛੇ ਤਾਂ ਇੱਕ ਹੀ ਆਨਸਰ ਸੀ। ਤਾਂ 8 ਮਾਰਕਸ ਵਿੱਚ ਜੋ ਕੁਐਸਚਨ ਇਹ ਆਇਆ ਸੀ ਪਿਛਲੀ ਵਾਰ। ਔਰ ਇੱਕ ਹੋਰ ਆਇਆ ਸੀ ਟੂਲਸ ਕੀ ਹਨ ਅਸੈਸਮੈਂਟ ਦੇ ਟੂਲਸ, ਵਾਟ ਇਜ਼ ਦਾ ਟੂਲਸ ਆਫ ਅਸੈਸਮੈਂਟ। ਤਾਂ ਇਹ ਸਾਰੇ ਟੂਲਸ ਹੀ ਹਨ, ਈਜ਼ੀ ਟਾਈਪ ਟੈਸਟ, ਓਬਜੈਕਟਿਵ ਟੈਸਟ, ਸ਼ੋਰਟ ਟੈਸਟ। ਅਸੈਸਮੈਂਟ ਹੁੰਦਾ ਅੰਕਲਨ ਕਰਨਾ, ਵੀ ਆਪਾਂ ਕਿਸੇ ਦਾ ਕਿਸ ਤਰ੍ਹਾਂ ਅੰਕਲਨ ਕਰਦੇ ਹਾਂ। ਇਸ ਵਿੱਚ ਈਜ਼ੀ ਟਾਈਪ ਟੈਸਟ ਲੈ ਕੇ ਅੰਕਲਨ ਕਰ ਸਕਦੇ ਹਾਂ, ਮਤਲਬ ਵੱਡਾ ਲੈ ਓਬਜੈਕਟਿਵ ਛੋਟੇ ਕੁਐਸਚਨ, ਜਿਵੇਂ ਆਪਣਾ ETT ਦਾ ਐਗਜ਼ਾਮ ਹੋ ਗਿਆ, PTET ਹੋ ਗਿਆ, ਇਹ ਓਬਜੈਕਟਿਵ ਹੋ ਗਿਆ, MCQ, ਇਸ ਤਰ੍ਹਾਂ। ਪਰ ਉਸ ਤੋਂ ਪਰਫੋਰਮੈਂਸ ਪ੍ਰੈਕਟੀਕਲ ਕਰਾ ਕੇ ਦੇਖ ਸਕਦੇ ਹਾਂ, ਰੇਟਿੰਗ ਸਕੇਲਸ ਦੁਆਰਾ ਕਰ ਸਕਦੇ ਹਾਂ, ਐਨਕੋਂਡਲ ਰਿਕਾਰਡ ਦੁਆਰਾ ਕਰ ਸਕਦੇ ਹਾਂ, ਔਰ ਚੈੱਕਲਿਸਟ ਦੁਆਰਾ ਕਰ ਸਕਦੇ ਹਾਂ। ਇਹ ਸਾਰੇ ਇਸ ਤੋਂ ਇਲਾਵਾ ਓਬਜੈਕਟਿਵਸ ਟੈਕਨੀਕਸ ਹਨ, ਓਰਲ ਟੈਸਟ ਲੈ ਸਕਦੇ ਹਾਂ, ਰਿਟਨ ਟੈਸਟ ਲੈ ਸਕਦੇ ਹਾਂ, ਪੋਰਟਫੋਲੀਓ ਰਾਹੀਂ, ਕਲੋਜ਼ ਟੈਸਟ ਰਾਹੀਂ, ਸੈਲਫ ਅਸੈਸਮੈਂਟ ਕਰ ਸਕਦੇ ਹਾਂ, ਗਰੁੱਪ ਅਸੈਸਮੈਂਟ ਕਰ ਸਕਦੇ ਹਾਂ, ਗਰੁੱਪ 'ਚ ਕਿਸ ਤਰ੍ਹਾਂ ਵਰਕ ਹੁੰਦਾ ਹੈ, ਇਹ ਸਾਰਾ ਕੁਛ ਹੈ ਜੀ। ਪਿਛਲੀ ਵਾਰ ਇਹ ਵਾਲਾ ਆਇਆ ਸੀ ਟੂਲਸ ਵਾਲਾ, ਅਤੇ ਇਸ ਵਾਰ ਕੀ ਆ ਸਕਦਾ ਇਸ ਵਾਰ ਜੋ ਆ ਸਕਦਾ ਉਹ ਇਹਦੇ ਵਿੱਚ ਹੀ ਬਣੇਗਾ ਡਿਸਐਡਵਾਂਟੇਜ ਐਂਡ ਡੀਮੈਰਿਟ ਲਿਮਿਟੇਸ਼ਨ ਆਫ ਕੰਟੀਨਿਊਸ ਕੰਪਰੀਹੈਂਸਿਵ ਅਸੈਸਮੈਂਟ, ਔਰ ਵਾਟ ਇਜ਼ ਅਸੈਸਮੈਂਟ, ਔਰ ਇਸ ਦੇ ਨੀਡ ਐਂਡ ਇੰਪੋਰਟੈਂਸ ਆਫ ਅਸੈਸਮੈਂਟ, ਕਰੈਕਟਰਸ ਆਫ ਅਸੈਸਮੈਂਟ, ਡੈਫੀਨੇਸ਼ਨ ਆਫ ਅਸੈਸਮੈਂਟ। 10 ਮਾਰਕਸ ਦਾ ਕੁਐਸਚਨ ਤੁਹਾਡਾ ਅਸੈਸਮੈਂਟ 'ਚ ਪੱਕਾ ਬਣ ਰਿਹਾ। ਕੀ ਬਣ ਰਿਹਾ? ਵਾਟ ਇਜ਼ ਅਸੈਸਮੈਂਟ ਪਹਿਲਾਂ 3 ਮਾਰਕਸ ਲਈ ਵੀ ਜ਼ਰੂਰੀ, ਵਾਟ ਇਜ਼ ਅਸੈਸਮੈਂਟ। ਉਸ ਤੋਂ ਬਾਅਦ ਡੈਫੀਨੇਸ਼ਨ ਨਹੀਂ, ਕਰੈਕਟਰਸ, ਨੀਡ ਐਂਡ ਇੰਪੋਰਟੈਂਸ ਵਿੱਚ ਕੁਛ ਵੀ ਹੋ ਸਕਦਾ। ਕੁਛ ਨਹੀਂ ਕੀ ਹੋਵੇਗਾ, ਵਾਟ ਇਜ਼ ਅਸੈਸਮੈਂਟ,
ਕਰੈਕਟਰਿਸਟਿਕਸ ਆਫ ਅਸੈਸਮੈਂਟ ਜਾਂ ਨੀਡ ਐਂਡ ਇੰਪੋਰਟੈਂਸ ਆਫ ਅਸੈਸਮੈਂਟ। ਉਸ ਤੋਂ ਬਾਅਦ ਵਾਈ ਸ਼ੁੱਡ ਚਿਲਡਰਨ ਬੀ ਅਸੈਸਡ, ਇਹ ਸੇਮ ਹੀ ਹੈ ਜੀ। ਨੀਡ ਕੀ ਹੈ ਅਤੇ ਵਾਈ ਸ਼ੁੱਡ, ਕਿਉਂ ਆਪਾਂ ਚਿਲਡਰਨ ਨੂੰ ਅਸੈਸ ਕਰਦੇ ਹਾਂ ਅਤੇ ਇਸ ਦੀ ਲੋੜ ਅਤੇ ਮਹੱਤਤਾ, ਇਹ ਸੇਮ ਹੀ ਕੁਐਸਚਨ ਹੈ। ਇੱਕ ਮਤਲਬ ਕੁਐਸਚਨ ਪੁੱਛਣ ਦਾ ਵੇ ਅਲੱਗ ਹੈ, ਆਨਸਰ ਸੇਮ ਹੀ ਹੈ। ਉਸ ਤੋਂ ਬਾਅਦ ਇਹ ਡਿਸਐਡਵਾਂਟੇਜ, ਡੀਮੈਰਿਟ, ਲਿਮਿਟੇਸ਼ਨ ਆਫ ਕੰਟੀਨਿਊਸ ਕੰਪਰੀਹੈਂਸ਼ਨ, ਇਹ ਵਾਲਾ, ਇਹ ਦੋ ਤੁਸੀਂ ਕਰ ਲਓਗੇ ਕਾਫੀ ਹੈ। ਉਸ ਤੋਂ ਬਾਅਦ ਇਹ 3 ਮਾਰਕਸ ਵਿੱਚ ਤੁਸੀਂ ਇਹ ਸਾਰੇ ਤੁਹਾਨੂੰ ਪੜ੍ਹਨੇ ਪੈਣਗੇ। 3 ਮਾਰਕਸ ਦਾ ਕੋਈ ਵੀ ਗੈਸ ਨਹੀਂ ਹੋ ਸਕਦਾ ਇਸ ਨੂੰ ਛੱਡ ਕੇ, ਕਿਉਂਕਿ ਇਹ ਪਿਛਲੀ ਵਾਰ ਆ ਗਿਆ ਸੀ। ਰੋਲ ਆਫ ਡਿਕਟੇਸ਼ਨ ਇਨ ਐਵੈਲੂਏਸ਼ਨ, ਫੀਡਬੈਕ ਰਿਪੋਰਟਿੰਗ, ਰੋਲ ਆਫ ਪੇਰੈਂਟਸ, ਇਹ ਵੀ ਥੋੜ੍ਹਾ ਸਾ ਰੀਡ ਕਰ ਲੈਣੇ ਤੁਸੀਂ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਗ੍ਰਾਮਰ ਦੀ। ਤਾਂ ਗ੍ਰਾਮਰ ਵਿੱਚੋਂ ਕੀ ਹੈ, 7 ਚੀਜ਼ਾਂ ਹਨ। ਨਾਊਨ ਹੈ, ਨਾਊਨ ਨੰਬਰ ਵਾਲਾ ਇੱਕ ਸੈਂਟੈਂਸ ਆਉਂਦਾ। ਪ੍ਰੀਵੀਅਸ ਈਅਰ ਪੇਪਰ ਤੁਸੀਂ ਦੇਖ ਲਿਆਉਂਦੇ, ਸੋਲਵ ਕਰਕੇ ਦੱਸਿਆ ਹੋਇਆ ਕਿਸ ਤਰ੍ਹਾਂ ਹੋਵੇਗਾ। ਨਾਊਨ ਜੈਂਡਰ ਹੈ। ਆਕਜ਼ਿਲਰੀ ਮੋਡਲ ਕੈਨ ਕੁੱਡ ਵਾਲੇ, ਸਪੈਲਿੰਗ 2 ਸਪੈਲਿੰਗ ਹੋਣਗੇ ਰੋਂਗ ਲਿਖੇ ਹੋਣਗੇ, ਉਹਨਾਂ ਨੂੰ ਸਹੀ ਕਰਕੇ ਲਿਖਣਾ। ਪੰਚੁਏਸ਼ਨ ਹੈ, ਪੰਚੁਏਸ਼ਨ ਹੈ, ਹਾਂਜੀ। ਤਾਂ ਇਹ ਜੋ ਤੁਹਾਡੇ ਹਨ, ਇਹਨਾਂ ਵਿੱਚੋਂ ਹਰੇਕ 'ਚੋਂ 2-2 ਮਾਰਕਸ ਦੇ ਆਉਣਗੇ 7 ਕੁਐਸਚਨ, ਔਰ 14 ਮਾਰਕਸ ਦੀ ਤੁਹਾਡੀ ਗ੍ਰਾਮਰ ਹੋ ਜਾਵੇਗੀ। ਉਸ ਤੋਂ ਬਾਅਦ 4 ਮਾਰਕਸ ਜੋ ਤੁਹਾਡੇ ਹਨ ਉਹ ਪੈਰਾਗ੍ਰਾਫ ਹੈ, ਔਰ ਹੈ ਈਮੇਲ ਔਰ ਰਾਈਟਿੰਗ ਐਡਵਰਟਾਈਜ਼ਮੈਂਟ। ਮਤਲਬ ਪੈਰਾਗ੍ਰਾਫ ਤਾਂ ਆਉਣਾ ਹੀ ਆਉਣਾ ਹੈ। ਈਮੇਲ ਔਰ ਰਾਈਟਿੰਗ ਐਡਵਰਟਾਈਜ਼ਮੈਂਟ ਵਿੱਚ ਕੁਛ ਵੀ ਆ ਸਕਦਾ, ਜਾਂ ਈਮੇਲ ਆ ਸਕਦਾ ਜਾਂ ਐਡਵਰਟਾਈਜ਼ਮੈਂਟ ਆ ਸਕਦਾ। ਤਾਂ ਉਹ ਇੰਪੋਰਟੈਂਟ ਜੋ ਪੈਰਾਗ੍ਰਾਫ ਹੈ ਔਰ ਗ੍ਰਾਮਰ ਦੀ ਵੀਡੀਓ ਇੱਕ ਅਲੱਗ ਤੋਂ ਪ੍ਰੋਵਾਈਡ ਕਰਾ ਦਿੱਤੀ ਜਾਵੇਗੀ। ਅਗਰ ਤੁਸੀਂ ਚਾਹੁੰਦੇ ਹੋ ਤਾਂ ਕਮੈਂਟ ਜ਼ਰੂਰ ਕਰਿਓ। ਉਸ ਤੋਂ ਬਾਅਦ ਹੁਣ ਆਪਾਂ 3rd ਯੂਨਿਟ ਦੀ ਗੱਲ ਕਰ ਲੈਂਦੇ ਹਾਂ। 3rd ਯੂਨਿਟ ਜੋ ਕਾਫੀ ਲੌਂਗ ਹੈ ਉਹ ਦੱਸਣਾ ਰਹਿ ਗਿਆ ਸੀ। ਹਾਂਜੀ, ਤਾਂ ਪਿਛਲੀ ਵਾਰ ਜੋ ਕੁਐਸਚਨ ਆਇਆ ਸੀ ਉਹ ਵੀ ਦੇਖੋ ਕਿਵੇਂ ਬਣਾਏ ਸੀ ਇਹਨਾਂ ਨੇ। ਵਾਟ ਇਜ਼ ਟੈਕਸਟ ਬੁੱਕ, ਡਿਫਾਈਨ ਟੈਕਸਟ ਬੁੱਕ, ਔਰ ਉਸ ਤੋਂ ਬਾਅਦ ਬਿਹਾਈਂਡ ਦਾ ਟੈਕਸਟ ਬੁੱਕ ਔਰ ਅਡੈਪਟਿੰਗ ਦਾ ਟੈਕਸਟ ਬੁੱਕ। ਟੈਕਸਟ ਬੁੱਕ ਨੂੰ ਆਪਾਂ ਕਿਉਂ ਵਰਤੋਂ ਕਰਦੇ ਹਾਂ, ਅਡਾਪਟ ਕਰਾਉਂਦੇ ਹਾਂ ਸਕੂਲ ਵਿੱਚ ਜਾਂ ਕਾਲਜ ਵਿੱਚ। ਤਾਂ ਇਹ ਕੁਐਸਚਨ 8 ਮਾਰਕਸ ਦਾ ਆਇਆ ਸੀ, 3 ਕੁਐਸਚਨ ਬਣਾ ਕੇ। ਤਾਂ ਇਸ ਵਾਰ ਕੀ ਕੁਐਸਚਨ ਆ ਸਕਦਾ, ਲਿਮਿਟੇਸ਼ਨ ਆਫ ਟੈਕਸਟ ਬੁੱਕ, ਕੁਆਲਿਟੀਜ਼ ਆਫ ਟੈਕਸਟ ਬੁੱਕ, 3 ਮਾਰਕਸ ਲਈ ਸਭੀ ਜ਼ਰੂਰੀ ਹੈ ਜੀ। ਉਸ ਤੋਂ ਬਾਅਦ ਇਹਦੇ ਵਿੱਚ ਕੀ ਐਡਵਾਂਟੇਜ ਆਫ ਰੀਡਿੰਗ ਬਿਹਾਈਂਡ ਦਾ ਟੈਕਸਟ ਬੁੱਕ, ਐਡਵਾਂਟੇਜ ਆਫ, ਬਸ ਇਹ ਹੋ ਗਿਆ ਐਡਵਾਂਟੇਜ ਆਫ ਰੀਡਿੰਗ ਬਿਹਾਈਂਡ ਦਾ ਟੈਕਸਟ ਬੁੱਕ, ਔਰ ਕ੍ਰਿਟੀਕਲ ਲਿਟਰੇਸੀ ਔਰ ਕੁਆਲਿਟੀ ਆਫ ਏ ਗੁੱਡ ਟੈਕਸਟ ਬੁੱਕ, ਲਿਮਿਟੇਸ਼ਨ ਆਫ ਟੈਕਸਟ ਬੁੱਕ, ਇੰਪੋਰਟੈਂਟ ਜਾਂ ਐਡਵਾਂਟੇਜ ਆਫ ਟੈਕਸਟ ਬੁੱਕ। ਇਹ 3 ਮਾਰਕਸ ਲਈ ਹੈ ਜੀ। ਲਿਸਨਿੰਗ ਐਂਡ ਸਪੀਕਿੰਗ ਸਕਿੱਲਸ, ਸਪੀਕਿੰਗ ਲਈ ਗਰੁੱਪ ਵਰਕ ਕਿਸ ਤਰ੍ਹਾਂ ਕੰਮ ਕਰਦਾ, ਪੇਅਰ ਵਰਕ ਕਿਵੇਂ ਕਰਦਾ, ਇਸ ਵਾਰ 3 ਮਾਰਕਸ ਵਿੱਚ ਇਹ ਜ਼ਰੂਰੀ ਹੈ ਥੋੜ੍ਹਾ। ਉਸ ਤੋਂ ਬਾਅਦ ਯੂਜ਼ ਆਫ ਦਾ 8 ਮਾਰਕਸ ਵਿੱਚ ਜੋ ਪਿਛਲੀ ਵਾਰ ਆਇਆ ਸੀ, ਟੀਚਿੰਗ ਵੋਕੈਬਲਰੀ, ਕਿਹੜੇ ਮੈਥਡ ਹਨ ਵੋਕੈਬਲਰੀ ਦੇ, ਯੂਜ਼ ਆਫ ਪਿਕਚਰ, ਯੂਜ਼ ਆਫ ਫਲੋ ਚਾਰਟ, ਯੂਜ਼ ਆਫ ਵਰਡ ਵਾਲਸ, ਇਹ ਆਇਆ ਸੀ। ਇਸ ਵਾਰ ਜੋ ਕੁਐਸਚਨ ਆਵੇਗਾ 10 ਮਾਰਕਸ ਵਿੱਚ ਉਹ ਹੋਵੇਗਾ ਰੀਡਿੰਗ ਮੀਨਿੰਗ ਆਫ ਰੀਡਿੰਗ, ਵੈਨ ਟੂ ਸਟਾਰਟ ਰੀਡਿੰਗ, ਮੀਨਿੰਗ ਆਫ ਰੀਡਿੰਗ ਔਰ ਟਾਈਪਸ ਆਫ ਰੀਡਿੰਗ, ਇਹ ਆ ਸਕਦਾ ਜੀ। ਔਰ ਟੀਚਿੰਗ ਸਟੇਜ ਟਾਈਪਸ ਆਫ ਰੀਡਿੰਗ ਦੇਖੋਗੇ, ਅਲਾਊਡ ਰੀਡਿੰਗ, ਸਾਈਲੈਂਟ ਰੀਡਿੰਗ, ਇੰਡੀਪੈਂਡੈਂਟ ਰੀਡਿੰਗ, ਗਾਈਡਡ ਰੀਡਿੰਗ, ਸ਼ੇਅਰਡ ਰੀਡਿੰਗ। 3 ਮਾਰਕਸ ਲਈ ਵੀ ਹੈ ਔਰ 10 ਮਾਰਕਸ ਲਈ ਵੀ ਹੈ। ਕੁਐਸਚਨ ਕੀ ਹੋਵੇਗਾ, ਵਾਟ ਇਜ਼ ਰੀਡਿੰਗ, ਟਾਈਪਸ ਆਫ ਰੀਡਿੰਗ, 10 ਮਾਰਕਸ ਲਈ ਇਸ ਵਾਰ ਇੰਪੋਰਟੈਂਟ ਕੁਐਸਚਨ ਬਣ ਰਿਹਾ। ਔਰ ਰਾਈਟਿੰਗ ਵਾਲਾ ਵੀ, ਮੀਨਿੰਗ ਆਫ ਰਾਈਟਿੰਗ, ਪ੍ਰੋਸੈਸ ਆਫ ਰਾਈਟਿੰਗ, ਫਿਰ ਉਸ ਤੋਂ ਬਾਅਦ ਇਹ ਜੋ ਇਹਦੀ ਟਾਈਪਸ ਹਨ ਰਾਈਟਿੰਗ ਦੀਆਂ, ਰਾਈਟਿੰਗ, ਰੀਡਿੰਗ, ਔਰ ਇਹਦੀਆਂ ਟਾਈਪਸ ਜੋ ਕੰਟਰੋਲ ਪੈਰਾਗ੍ਰਾਫ ਰਾਈਟਿੰਗ ਹੈ, ਫ੍ਰੀ ਕੰਪੋਜੀਸ਼ਨ ਰਾਈਟਿੰਗ, ਗਾਈਡਡ ਕੰਪੋਜੀਸ਼ਨ ਰਾਈਟਿੰਗ। ਫ੍ਰੀ ਦਾ ਮਤਲਬ ਤੁਸੀਂ ਆਪਣੇ ਵੱਲੋਂ ਲਿਖ ਲਓ, ਗਾਈਡ ਤੁਹਾਨੂੰ ਕੋਈ ਗਾਈਡ ਕਰ ਰਿਹਾ, ਕੰਟਰੋਲ ਮਤਲਬ ਤੁਸੀਂ ਕਿਸ ਹਿਸਾਬ ਨਾਲ ਮਤਲਬ ਓਨਾ ਕੋਈ ਲਿਖਣਾ, ਕੰਟਰੋਲ ਪੈਰਾਗ੍ਰਾਫ ਜਿਵੇਂ 200 ਵਰਡ ਵਿੱਚ ਹੀ ਤੁਸੀਂ ਪੂਰਾ ਕਰਨਾ। ਫ੍ਰੀ 'ਚ ਤੁਸੀਂ ਆਪਣੇ ਕੋਈ ਵੀ ਜੈਸੇ ਆਟੋਬਾਇਓਗ੍ਰਾਫੀ ਲਿਖ ਰਹੇ ਹੋ, ਇਸ ਵਿੱਚ ਗਾਈਡਡ 'ਚ ਕਿ ਕੋਈ ਗਾਈਡ ਕਰ ਰਿਹਾ ਹੈ ਜੈਸੇ ਬਾਇਓਗ੍ਰਾਫੀ ਲਿਖਣ ਤਰ੍ਹਾਂ। ਉਸ ਤੋਂ ਬਾਅਦ ਟੀਚਿੰਗ ਗ੍ਰਾਮਰ ਟੂ ਸਟੈਂਡਰਡ ਲੈਂਗੁਏਜ, ਗ੍ਰਾਮਰ ਮੀਨਿੰਗ ਐਂਡ ਡੈਫੀਨੇਸ਼ਨ, ਏਮਸ ਆਫ ਟੀਚਿੰਗ ਗ੍ਰਾਮਰ, ਟਾਈਪਸ ਆਫ, ਇਹ ਸਭ 3 ਮਾਰਕਸ ਲਈ ਹੈ ਜੀ। ਲਿਮਿਟੇਸ਼ਨ ਆਫ ਟੀਚਿੰਗ ਗ੍ਰਾਮਰ। ਤਾਂ 10 ਮਾਰਕਸ ਲਈ ਇਸ ਵਿੱਚ ਜੋ ਕੁਐਸਚਨ ਬਣ ਰਿਹਾ ਉਹ ਜ਼ਿਆਦਾਤਰ ਬਣ ਰਿਹਾ ਜੀ ਰਾਈਟਿੰਗ ਦਾ, ਟਾਈਪਸ ਆਫ ਰਾਈਟਿੰਗ, ਵਾਟ ਇਜ਼ ਰਾਈਟਿੰਗ, ਇਹ ਸਾਰਾ ਤੁਸੀਂ ਪੜ੍ਹਨਾ ਹੈ। ਔਰ ਰੀਡਿੰਗ ਦਾ, ਰੀਡਿੰਗ, ਰਾਈਟਿੰਗ ਔਰ
ਇੰਟੋਨੇਸ਼ਨ, ਸਟ੍ਰੈਸ, ਰੈਂਥਮ, ਇਹਨਾਂ ਵਿੱਚੋਂ ਸਟ੍ਰੈਸ, ਰੈਂਥਮ, ਇੰਟੋਨੇਸ਼ਨ, ਇਹ ਤਿੰਨਾਂ ਵਿੱਚੋਂ ਤੁਹਾਨੂੰ ਪੱਕਾ ਤੁਹਾਨੂੰ ਮਿਲਣਾ ਹੈ 3 ਮਾਰਕਸ ਦਾ ਕੁਐਸਚਨ, ਪੱਕਾ ਜੀ, ਗਰੰਟੀ 90% ਚਾਂਸਿਸ ਹੈ ਨਾ। ਟੈਕਸਟ ਬੁੱਕ ਦਾ ਇੰਪੋਰਟੈਂਸ ਐਂਡ ਐਡਵਾਂਟੇਜ ਆਫ ਟੈਕਸਟ ਬੁੱਕ 10 ਮਾਰਕਸ ਲਈ ਤੁਹਾਨੂੰ ਦੱਸਿਆ। ਇੱਕ ਤਾਂ ਰੀਡਿੰਗ ਔਰ ਰਾਈਟਿੰਗ ਵਾਲਾ, ਔਰ ਟੈਕਸਟ ਬੁੱਕ ਦਾ ਐਡਵਾਂਟੇਜ ਔਰ ਲਿਮਿਟੇਸ਼ਨ, ਇਹ ਬਹੁਤ ਹੈ ਜੀ 10 ਮਾਰਕਸ ਲਈ। ਤੇ ਥੈਂਕ ਯੂ ਜੀ, ਥੈਂਕਸ ਫॉर ਵਾਚਿੰਗ। ਤਾਂ ਗ੍ਰਾਮਰ ਔਰ ਪੈਰਾਗ੍ਰਾਫ ਬਾਰੇ ਵੀ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਇੰਸਟਾਗ੍ਰਾਮ ਪੰਜਾਬ ਜੋਬਸ ਓਨਲੀ 'ਤੇ ਸੰਪਰਕ ਕਰ ਸਕਦੇ ਹੋ, ਔਰ ਟਾਈਮ ਮਿਲਿਆ ਤਾਂ ਮੈਂ ਤੁਹਾਨੂੰ ਉਹ ਵੀ ਪ੍ਰੋਵਾਈਡ ਕਰਾ ਦੇਵਾਂਗਾ। ਰਾਤ ਨੂੰ ਹੁਣੇ ਹੀ 2:54 ਮਿੰਟ 'ਤੇ ਤੁਹਾਡੀ ਇਹ ਵੀਡੀਓ ਰਿਕਾਰਡ ਹੋ ਰਹੀ ਹੈ ਜੀ। ਦੇਖ ਲਓ, ਰਾਤ ਲਈ ਤੁਹਾਡੇ ਲਈ ਮਿਹਨਤ ਕਰ ਰਿਹਾ। ਕਿਉਂ ਰਾਤ ਨੂੰ ਕਰ ਰਿਹਾ ਜੀ? ਕਿਉਂਕਿ ਰਾਤ ਦੀ ਨਾਈਟ ਦੀ ਇੱਥੇ ਡਿਊਟੀ ਲੱਗੀ ਹੋਈ ਸੀ ਮੇਰੀ, ਤਾਂ ਉਹਦੇ ਵਿੱਚ ਮੈਨੂੰ ਥੋੜ੍ਹਾ ਫਰੀ ਟਾਈਮ ਮਿਲ ਗਿਆ ਸੀ। ਵੈਸੇ ਤਾਂ ਮੋਬਾਈਲ ਅਲਾਊਡ ਨਹੀਂ ਹੈ, ਤਾਂ ਫਿਰ ਵੀ ਮੈਂ ਮੋਬਾਈਲ ਲਾਇਆ ਸੀ ਥੋੜ੍ਹਾ ਜਿਹਾ, ਤਾਂ ਉਹਦੇ ਵਿੱਚ ਮੈਂ ਤੁਹਾਨੂੰ ਇਹ ਵੀਡੀਓ ਤੁਹਾਡੀ ਪ੍ਰਪੇਅਰ ਕਰਵਾ ਦਿੱਤੀ ਹੈ। ਅਤੇ ਕਾਫੀ ਟਾਈਮ ਕੱਢਣਾ ਪੈਂਦਾ ਜੀ ਤੁਹਾਡੇ ਵਾਸਤੇ, ਤਾਂ ਵੀਡੀਓ ਨੂੰ ਤੁਸੀਂ ਸ਼ੇਅਰ ਨਹੀਂ ਕਰਦੇ ਤਾਂ ਚੰਗਾ ਨਹੀਂ ਲੱਗਦਾ। ਸ਼ੇਅਰ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ, ਫਰੀ ਵਿੱਚ ਤੁਹਾਨੂੰ ਤਿਆਰੀ ਕਰਵਾ ਰਿਹਾ। ਥੈਂਕ ਯੂ ਜੀ। ਤੁਹਾਨੂੰ ਥੋੜ੍ਹਾ ਦੇਖ ਲਿਓ ਅੱਗੋਂ ਕਿਵੇਂ ਮੈਂ ਡਿਊਟੀ 'ਤੇ ਤੁਹਾਡੀ ਵੀਡੀਓ ਪ੍ਰਪੇਅਰ ਕੀਤੀ, ਥੋੜ੍ਹਾ ਜਿਹਾ ਉਹ ਵੀ ਵਿੱਚ ਐਡਿਟ ਕਰ ਦਾਂਗੇ। ਥੈਂਕ ਯੂ ਜੀ।